ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਆਸਟ੍ਰੇਲੀਆ ਖਬਰਨਾਮਾ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਰਮੀਤ ਬਮਰਾ ਮੈਲਬਨ ਤੋਂ ਤੇ ਮੇਰੇ ਨਾਲ ਨੇ ਤਰਲੋਚਨ ਸਿੰਘ ਜੀ ਸਿਡਨੀ ਤੋਂ। ਤਰਲੋਚਨ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆ ਜੀ ਸਾਰਿਆਂ ਨੂੰ ਜੀ। ਤੇ ਤਰਲੋਚਨ ਸਿੰਘ ਜੀ ਅੱਜ ਦਾ ਅਸੀਂ ਸ਼ੁਰੂ ਕਰਦੇ ਹਾਂ ਉਹੀ ਜਿੱਦਾਂ ਅਸੀਂ ਹਮੇਸ਼ਾ ਰੂਟੀਨ 'ਚ ਕਰਦੇ ਹੁੰਦੇ ਹਾਂ ਕਰੋਨਾ ਵਾਇਰਸ ਤੋਂ। ਤੇ ਵਿਕਟੋਰੀਆ ਵਿੱਚ ਕਰੋਨਾ ਵਾਇਰਸ ਦੀ ਹਾਲਤ ਵੱਧ ਤੋਂ ਬੱਤਰ ਹੀ ਕਹਿ ਸਕਦੇ ਹਾਂ। ਵਿਕਟੋਰੀਆ ਦੇ ਵਿੱਚ ਮਗਰਲੇ ਤਕਰੀਬਨ ਕਈ ਦਿਨਾਂ ਤੋਂ 400 ਪਲੱਸ ਕੇਸਿਸ ਚੱਲਦੇ ਆ ਰਹੇ ਨੇ। ਇੱਥੇ ਮਾਸਕ ਕੰਪਲਸਰੀ ਹੋ ਗਏ ਨੇ। ਅਗਰ ਕੋਈ ਬੰਦਾ ਮਾਸਕ ਤੋਂ ਬਿਨਾਂ ਘਰ ਤੋਂ ਬਾਹਰ ਆਪਣੇ ਫੜਿਆ ਜਾਂਦਾ ਵੈ ਤੇ ਉਸਨੂੰ $200 ਦਾ ਮਿਨੀਮਮ ਫਾਈਨ ਹੈਗਾ। ਤੇ ਨਾਲ ਦੇ ਨਾਲ ਜਿਹੜੀਆਂ ਵਿਕਟੋਰੀਅਨ ਗੌਰਮੈਂਟ ਨੇ ਇਹ ਵੀ ਕਹਿ ਦਿੱਤਾ ਕਿ ਉਹ ਵਿਦਿਨ ਦਾ ਸਬਰਬ ਹੀ ਰਹਿਣਾ ਚਾਹੀਦਾ। ਜਿਹੜੀ ਵੀ ਉਹਨੇ ਸ਼ੋਪਿੰਗ ਕਰਨੀ ਹੈ ਆਪਣਾ ਵਿਦਿਨ ਦਾ ਸਬਰਬ ਹੀ ਕਰੇ। ਅਗਰ ਘਰ ਤੋਂ ਕੋਈ ਜ਼ਿਆਦਾ ਦੂਰ ਉਹ ਫੜਿਆ ਗਿਆ ਤਾਂ ਉਸਨੂੰ $1600 ਦਾ ਜੁਰਮਾਨਾ ਉਹ ਵੀ ਹੋ ਸਕਦਾ। ਤੇ ਇਹਦੇ ਨਾਲ ਨਾਲ ਹੀ ਹੁਣ ਜਿਹੜਾ ਕਿ ਲੋਕੀ ਸੋਚਦੇ ਪਏ ਸਨ ਕਿ ਸ਼ਾਇਦ ਸਟੇਜ 4 ਲਾਗੂ ਹੋਏਗੀ ਵਗੈਰਾ। ਤੇ ਉਹ ਅਸੀਂ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਇੱਥੋਂ ਦੇ ਜਿਹੜੇ ਪ੍ਰੀਮੀਅਰ ਹੈਗਾ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਮਨਾ ਕਰ ਦਿੱਤਾ ਸੀ ਕਿ ਇਹੋ ਜਿਹਾ ਹਜੇ ਉਹਨਾਂ ਦਾ ਕੋਈ ਪਲਾਨ ਨਹੀਂ ਹੈਗਾ। ਕਿ ਉਸ ਟਾਈਮ ਦੇ ਉੱਤੇ ਹਜੇ 300 ਦੇ ਅਰਾਊਂਡ ਸੀਗੇ ਕੇਸਿਸ। ਹੁਣ ਤੇ ਇਹ 500 ਨੂੰ ਹਿੱਟ ਕਰਦੇ ਪਏ ਨੇ ਐਵਰੀ ਡੇ, ਜੋ ਕਿ ਆਪਣੇ ਆਪ 'ਚ ਇੱਕ ਬੜੀ ਡਰਾਉਣੀ ਵਾਲੀ ਸਥਿਤੀ ਹੈਗੀ ਹੈ। ਹੁਣ ਜੇ ਅਗਲੀ ਗੱਲ ਕਰੀਏ ਤੇ ਇੱਕ ਬੜਾ ਹੀ ਵੱਡਾ ਬ੍ਰਾਂਡ ਨੈਸਲੇ ਜਿਹੜਾ ਕਿ ਕੈਂਬਰਫੀਲਡ ਦੇ ਵਿੱਚ ਫੈਕਟਰੀ ਜਿਹੜੀ ਹੈਗੀ ਹੈ ਉਹ ਵੀ ਅੱਜ ਬੰਦ ਹੋ ਗਈ ਹੈ ਕਿਉਂਕਿ ਉੱਥੋਂ ਦੇ ਇੱਕ ਵਰਕਰ ਨੂੰ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਇਆ। ਕਰੋਨਾ ਵਾਇਰਸ ਦੇ ਨਾਲ ਜੁੜੀ ਹੀ ਇੱਕ ਹੋਰ ਗੱਲ ਕਰੀਏ ਤਾਂ ਪ੍ਰੀਮੀਅਰ ਨੇ ਕਿਹਾ ਸੀ ਕਿ 9 ਆਊਟ ਆਫ 10 ਜਿਹੜੇ ਲੋਕ ਹੈਗੇ ਨੇ ਉਹ ਕਰੋਨਾ ਵਾਇਰਸ ਦਾ ਜਿਹੜਾ ਟੈਸਟ ਕਰਵਾ ਕੇ ਬਾਅਦ ਚੋਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਨਹੀਂ ਕਰਦੇ ਪਏ, ਜਿਹੜਾ ਕਿ ਬਹੁਤ ਹੀ ਹਾਨੀਕਾਰਕ ਸਿੱਧ ਹੋ ਰਿਹਾ। ਤੇ ਇਸ ਨੂੰ ਦੇਖਦੇ ਹੋਏ ਵਿਕਟੋਰੀਅਨ ਗੌਰਮੈਂਟ ਨੇ ਇੱਕ ਇਨੀਸ਼ੀਏਟਿਵ ਲਿਆ ਕਿ ਜਿਹੜਾ ਵੀ ਬੰਦਾ ਆਪਣੇ ਆਪ ਨੂੰ ਕਰੋਨਾ ਵਾਇਰਸ ਟੈਸਟ ਕਰਾਉਣ ਤੋਂ ਬਾਅਦ ਆਪਣੇ ਆਪ ਨੂੰ ਆਈਸੋਲੇਟ ਕਰੇਗਾ ਤੇ ਉਸਨੂੰ $300 ਜਿਹੜਾ ਕਿ ਉਹ ਕੈਸ਼ ਦਿੱਤਾ ਜਾਏਗਾ। ਤੇ ਉਹਨਾਂ ਨੇ ਇੱਕ ਨੰਬਰ ਵੀ ਦਿੱਤਾ ਜਿਹੜਾ ਕਿ 1800675398 ਤੇ ਤੁਸੀਂ ਕਾਲ ਕਰਕੇ ਆਪਣਾ ਇਹ ਕਲੇਮ ਕਰ ਸਕਦੇ ਹੋ $300। ਅਗਰ ਕਿਸੇ ਨੂੰ ਉਹ ਟੈਸਟ ਕਰਨ ਤੋਂ ਬਾਅਦ ਉਹਦਾ ਰਿਜ਼ਲਟ ਕਰੋਨਾ ਦਾ ਪੋਜ਼ਿਟਿਵ ਆ ਜਾਂਦਾ ਹੈ ਤੇ ਉਹ ਫਿਰ $1500 ਤੱਕ ਦਾ ਲੈਣ ਦਾ ਹੱਕਦਾਰ ਹੋਏਗਾ। ਉਹ ਵੀ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਉਹਨਾਂ ਨੂੰ ਦੱਸ ਸਕਦੇ ਹੋ। ਹੁਣ ਅਸੀਂ ਗੱਲ ਕਰਦੇ ਹਾਂ ਆਸਟ੍ਰੇਲੀਆ ਭਰ ਦੀ ਕਰੋਨਾ ਵਾਇਰਸ ਦੇ ਅੰਕੜਿਆਂ ਦੀ। ਇਸ ਸਮੇਂ 13,319 ਟੋਟਲ ਕੇਸ ਨੇ ਸਾਡੇ ਆਸਟ੍ਰੇਲੀਆ ਵਿਖੇ, ਜਿੱਥੇ ਪਿਛਲੇ 24 ਘੰਟਿਆਂ ਵਿੱਚ 502 ਕੇਸ ਆਏ ਨੇ ਤੇ 128 ਮੌਤਾਂ ਹੋ ਚੁੱਕੀਆਂ। ਤੇ ਨਿਊ ਸਾਊਥ ਵੇਲਸ ਸੂਬੇ ਵਿਖੇ 3,614 ਕੇਸਿਸ ਨੇ ਤੇ ਨਵੇਂ ਤਾਜ਼ੇ ਕੇਸ 24 ਘੰਟਿਆਂ ਵਿੱਚ 19 ਕੇਸ ਨੇ, ਜਿਹਦੇ ਵਿੱਚ 1 ਸਾਲ ਦਾ ਬੱਚਾ ਵੀ ਅਸੀਂ ਸ਼ਾਮਿਲ ਕਰ ਲਿਆ ਕਰੋਨਾ ਵਾਇਰਸ ਵਿੱਚ। ਜਿੱਥੇ ਪਿੱਛੇ ਜਿਹੀ ਖਬਰ ਮਿਲੀ ਸੀ ਕਿ 80 ਬੱਚੇ USA ਵਿੱਚ ਵੀ ਕਰੋਨਾ ਵਾਇਰਸ ਨਾਲ ਪੀੜਿਤ ਹੋਏ ਸੀਗੇ। ਤੇ ਇਸ ਸਮੇਂ 50 ਮੌਤਾਂ ਇੱਥੇ ਹੈਗੀਆਂ ਨੇ। ਤੇ ਹੁਣ ਅਸੀਂ ਗੱਲ ਕਰੀਏ ਮਾਸਕ ਦੀ। ਤੁਹਾਡੇ ਵਿਕਟੋਰੀਆ ਵਿਖੇ ਮਾਸਕ ਕੰਪਲਸਰੀ ਹੋ ਗਿਆ ਤੇ ਲੋਕਾਂ ਨੂੰ ਮਾਸਕ ਬੜੇ ਮਹਿੰਗੇ ਮਿਲ ਰਹੇ ਨੇ। ਤੇ ਪਿੱਛੇ ਪਤਾ ਲੱਗਿਆ ਸੀਗਾ ਪ੍ਰਾਈਸ ਲਾਈਨ ਨੇ ਮਾਸਕ ਜਿਹੜਾ 50 ਪੈਕ ਸੀਗਾ ਉਹ $250 ਤੱਕ ਵੇਚਿਆ ਤੇ LD ਵਰਗੇ ਸਟੋਰ ਨੇ ਵੀ $30 ਦੇ ਪੈਕ ਨੂੰ $70 ਦੀ ਵੇਚਣ ਦੀ ਇੱਕ ਜਦੋਜਹਿਦ ਕੀਤੀ ਸੀਗੀ। ਪਰ ਸਰਕਾਰ ਦੇ ਇੰਟਰਫੇਅਰ ਦੇ ਬਾਅਦ ਉਹ ਚੀਜ਼ਾਂ ਵਾਪਸ ਲੈਣੀਆਂ ਪਈਆਂ ਉਹਨਾਂ ਨੂੰ। ਤੇ ਇਸ ਤੋਂ ਇਲਾਵਾ ਜੇ ਕੋਈ ਮਾਸਕ ਲੈਣਾ ਚਾਹੁੰਦਾ ਵਿਕਟੋਰੀਆ ਵਿੱਚ, ਉਹ ਨਜ਼ਦੀਕੀ ਬਿਗ W, Kmart, LD, ਬਨਿੰਗਸ, ਆਫਿਸ ਵਰਕ ਜਾਂ ਪ੍ਰਾਈਸ ਲਾਈਨ ਜਾ ਕੇ ਮਾਸਕ ਲੈ ਸਕਦਾ ਹੈ, ਕਿਉਂਕਿ ਇਹ ਜੁਰਮਾਨੇ ਸ਼ੁਰੂ ਹੋ ਗਏ ਨੇ ਤੇ ਜਿਹੜਾ ਬੰਦਾ ਬਿਨਾਂ ਮਾਸਕ ਤੋਂ ਬਾਹਰ ਜਾਏਗਾ ਉਹਨੂੰ ਫਿਰ ਜੁਰਮਾਨੇ ਭਰਨੇ ਪੈਣਗੇ। ਆਪਣਾ ਖਿਆਲ ਰੱਖੋ ਤੇ ਆਪਣੇ ਨਾਲ ਦਿਆਂ ਦਾ ਖਿਆਲ ਰੱਖੋ। ਇਹੀ ਸਾਡੀ ਸਰਕਾਰਾਂ ਦਾ ਸੁਨੇਹਾ ਹੈ ਸਾਰਿਆਂ ਲਈ। ਜੀ ਅਗਲੀ ਖਬਰ ਵੱਲ ਵੱਧਦੇ ਹਾਂ। ਸਟਾਰਬਕਸ ਦੇ ਨਾਲ ਜੁੜੀ ਹੈ, ਇੱਕ ਚੰਗਾ ਬ੍ਰਾਂਡ ਹੈਗਾ ਤੇ ਇੱਥੇ ਸਟਾਰਬਕਸ ਦੇ ਉੱਤੇ ਇੱਕ ਮੁਸਲਮਾਨ ਭਾਈਚਾਰੇ ਦਾ ਵਿਅਕਤੀ ਜਦੋਂ ਆਪਣੀ ਕੌਫੀ ਆਰਡਰ ਕੀਤੀ ਉਸਨੇ ਤੇ ਸਟਾਰਬਕਸ ਦੇ EMPLOYEE ਵੱਲੋਂ ਉਹਨੂੰ ਕੌਫੀ ਦਾ ਕੱਪ ਵਾਪਸ ਦਿੱਤਾ ਗਿਆ ISIS ਨਾਲ ਲਿਖ ਕੇ। ਤੇ ਉਸਦੇ ਇਹ ਲਿਖਣ ਦੇ ਉੱਤੇ ਜਦੋਂ ਇਹ ਮੁੱਦਾ ਥੋੜਾ ਜਿਹਾ ਗਰਮਾਇਆ ਤੇ ਇਹ ਮੁੱਦਾ ਚੁੱਕਿਆ ਗਿਆ ਮੀਡੀਆ ਦੇ ਵਿੱਚ ਤੇ ਸਟਾਰਬਕਸ ਦੇ ਉਸ EMPLOYEE ਨੂੰ ਆਪਣੀ ਜੋਬ ਗਵਾਉਣੀ ਪਈ।
ਹੁਣ ਅਸੀਂ ਗੱਲ ਕਰਾਂਗੇ ਨਿਊ ਸਾਊਥ ਵੇਲਸ ਸੂਬੇ ਦੀ, ਜਿੱਥੇ ਸਾਡੀ ਪ੍ਰੀਮੀਅਰ ਮਿਸ ਗਲੇਡਸ ਬਰਜ਼ਗਲੀਨੀ ਨੇ ਦੱਸਿਆ ਵੀ ਸਾਡਾ ਜਿਹੜਾ ਸੂਬਾ ਹੈ ਉਹ ਇਸ ਸਮੇਂ ਹਾਈ ਅਲਰਟ ਤੇ ਹੈ, ਕਿਉਂਕਿ ਵਿਕਟੋਰੀਆ ਜਿਵੇਂ ਕੇਸ ਵੱਧ ਰਹੇ ਨੇ, ਹੋ ਸਕਦਾ ਕਿ ਸਾਡੇ ਨਿਊ ਸਾਊਥ ਵੇਲਸ ਸੂਬੇ ਵਿੱਚ ਵੀ ਉਹਦੀ ਮਾਰ ਪੈਣੀ ਸ਼ੁਰੂ ਹੋ ਜਾਏ। ਤੇ ਉਹਨਾਂ ਨੇ ਅੱਗੇ ਦੱਸਿਆ ਵੀ ਜਿਹੜੇ ਬੰਦੇ ਆਪਣੇ ਆਪ ਨੂੰ 14 ਦਿਨ ਲਈ ਆਈਸੋਲੇਟ ਨਹੀਂ ਕਰਨਗੇ, ਚਾਹੇ ਉਹ ਪੋਜ਼ਿਟਿਵ ਨੇ ਚਾਹੇ ਉਹ ਨੈਗੇਟਿਵ ਨੇ, ਉਹਨਾਂ ਨੂੰ ਆਪਣੇ ਆਪ ਨੂੰ ਆਈਸੋਲੇਟ ਕਰਨਾ ਜ਼ਰੂਰੀ ਹੈ। ਬੜੀ ਚੰਗੀ ਮੰਗ ਕੀਤੀ ਹੈ ਸਾਡੀ ਪ੍ਰੀਮੀਅਰ ਨੇ। ਤੇ ਅੱਗੇ ਉਹਨਾਂ ਨੇ ਆਪਣੀ ਗੱਲ ਰੱਖਦੇ ਹੋਏ ਦੱਸਿਆ ਬਈ ਜਿਹੜੇ ਬੰਦੇ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਨੇ, ਜੇ ਉਹ ਆਪਣਾ ਸੋਸ਼ਲ ਡਿਸਟੈਂਸਿੰਗ ਨਹੀਂ ਕਰ ਸਕਦੇ ਨੇ, ਮਾਸਕ ਪਾਉਣ ਦੀ ਖੇਚਲ ਕਰਨ ਅਤੇ ਗੁਰੇਜ਼ ਨਾ ਕਰਨ, ਚਾਹੇ ਘਰ ਦੇ ਮਾਸਕ ਪਾਉਣ ਪਰ ਮਾਸਕ ਜ਼ਰੂਰ ਪਾਉਣ। ਤੇ ਉਹਨਾਂ ਨੇ ਅੱਗੇ ਇਹ ਵੀ ਬੋਲਿਆ ਕਿ ਜਿਹੜਾ ਕੋਈ ਵਿਅਕਤੀ ਅਹੀ ਜਗ੍ਹਾ ਜਾਂਦਾ ਜਿੱਥੇ ਦਾ ਵਿਅਕਤੀ ਕੋਈ ਕਰੋਨਾ ਵਾਇਰਸ ਪੀੜਿਤ ਹੈ, ਉਹ ਪੋਜ਼ਿਟਿਵ ਆ ਗਿਆ ਹੈ, ਭਾਵੇਂ ਤੁਸੀਂ ਨੈਗੇਟਿਵ ਹੋ ਪਰ ਤੁਸੀਂ ਫਿਰ ਵੀ ਆਪਣੇ ਆਪ ਨੂੰ ਆਈਸੋਲੇਟ ਕਰਨਾ ਹੈ। ਸਾਡੀ ਬੜੀ ਚੰਗੀ ਮੰਗ ਅਸੀਂ ਇਹਨੂੰ ਦੇਖ ਸਕਦੇ ਹਾਂ। ਤੇ ਜੇ ਕੋਈ ਵਿਅਕਤੀ ਕਰੋਨਾ ਵਾਇਰਸ ਦੇ ਕਰਕੇ ਮੈਂਟਲੀ ਡਿਸਟਰਬ ਹੈ, ਮੈਂਟਲੀ ਸਪੋਰਟ ਚਾਹੁੰਦਾ ਹੈ, ਤਾਂ ਉਹ ਬਿਯੋਂਡ ਬਲੂ ਨੂੰ 24 ਘੰਟੇ ਦੀ ਜਿਹੜੀ ਲਾਈਨ ਹੈ ਉਹਨਾਂ ਦੀ 24 ਘੰਟੇ 7 ਦਿਨ ਉਹ ਤੇ ਫ੍ਰੀ ਕਾਲ ਕਰ ਸਕਦਾ ਹੈ, ਫ੍ਰੀ ਸੇਵਾ ਲੈ ਸਕਦਾ ਹੈ। ਉਹਨਾਂ ਦਾ ਨੰਬਰ ਹੈਗਾ ਹੈ 1800512348। ਮੈਂ ਦੁਬਾਰਾ ਦੁਹਰਾ ਦੇਵਾਂ 1800 512 348। ਡਾਕਟਰ ਸਟੀਫਨ ਪਰਨਿਸ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਵਿਕਟੋਰੀਆ ਦੇ ਵਿੱਚ ਇਸ ਟਾਈਮ ਤੇ ਕਰੋਨਾ ਵਾਇਰਸ ਵੱਧ ਰਿਹਾ ਹੈ ਤੇ ਜਿਸ ਤਰੀਕੇ ਨਾਲ ਹੁਣ ਨਿਊ ਸਾਊਥ ਵੇਲ ਦੇ ਵਿੱਚ ਵੀ ਕੇਸਿਸ ਆਉਣੇ ਸ਼ੁਰੂ ਹੋ ਗਏ ਨੇ, ਉਹਨੇ ਕਿਹਾ ਵੀ ਅਗਰ ਇਹਦੀ ਰਫ਼ਤਾਰ ਇਦਾਂ ਹੀ ਰਹੀ ਤੇ ਇਹ ਇੱਕ ਦਿਨ ਉਹਨਾਂ ਦੇ ਵਿੱਚ ਜਾ ਮਿਲੇਗਾ ਜਿੱਦਾਂ ਕਿ ਅਮਰੀਕਾ ਦੇ ਵਿੱਚ ਜਾਂ ਇਟਲੀ ਦੇ ਵਿੱਚ ਕੇਸ ਬਿਲਕੁਲ ਉਹ ਇਸੇ ਤਰੀਕੇ ਨਾਲ ਸ਼ੁਰੂ ਹੋਏ ਸੀ ਤੇ ਜਦੋਂ ਕਿ ਡੋਨਲਡ ਟਰੰਪ ਨੇ ਇਸ ਨੂੰ ਇਗਨੋਰ ਕੀਤਾ ਸੀ। ਸੋ ਉਸ ਦਾ ਡਾਕਟਰ ਦਾ ਕਹਿਣਾ ਹੈ ਕਿ ਸਾਨੂੰ ਇਹਦੇ ਉੱਤੇ ਥੋੜਾ ਜਿਹਾ ਹੋਰ ਧਿਆਨ ਨਾਲ ਦੇਖਣਾ ਚਾਹੀਦਾ। ਅਗਲੀ ਅਸੀਂ ਗੱਲ ਕਰਾਂਗੇ ਬਲੈਕ ਲਾਈਵ ਮੈਟਰ ਦੀ, ਜਿੱਥੇ ਇੱਕ ਵਾਰ ਫੇਰ ਇਹਨੇ ਜ਼ੋਰ ਪਕੜਨਾ ਸ਼ੁਰੂ ਕੀਤਾ ਹੈ। ਐਤਕੀ ਜ਼ੋਰ ਪਕੜਨਾ ਸ਼ੁਰੂ ਕੀਤਾ ਨਿਊ ਸਾਊਥ ਵੇਲ ਸੂਬੇ ਵਿਖੇ, ਜਿੱਥੇ ਸਾਡੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਤੇ ਇੱਥੇ ਦੀ ਪ੍ਰੀਮੀਅਰ ਮਿਸ ਗਲੇਡਸ ਨੇ ਬੜਾ ਨਖੇਦੀ ਕੀਤੀ ਹੈ ਤੇ ਦੱਸਿਆ ਵੀ ਇਹ ਕੋਈ ਜ਼ਰੂਰੀ ਕੰਮ ਨਹੀਂ ਹੈ, ਇਹਨੂੰ ਨਹੀਂ ਕਰਨਾ ਚਾਹੀਦਾ, ਲੋਕਾਂ ਨੂੰ ਆਪਣੇ ਘਰ ਬੈਠਣਾ ਚਾਹੀਦਾ ਹੈ। ਜਿਹੜੇ ਸਾਡੇ ਕੁਝ ਸੁਝਾਅ ਨੇ, ਜਿਹੜੀਆਂ ਕੁਝ ਗੱਲਾਂ ਨੇ, ਆਪਾਂ ਬਹਿ ਕੇ ਉਹਨੂੰ ਤੈਅ ਕਰ ਸਕਦੇ ਨੇ। ਇਹ ਮੁਜ਼ਾਹਰੇ ਕਰਨ ਦਾ, ਇਹ ਲਾਈਵ ਪ੍ਰੋਟੈਸਟ ਕਰਨ ਦਾ ਕੋਈ ਮਹੱਤਵ ਨਹੀਂ ਹੈ ਇਸ ਸਮੇਂ, ਕਿਉਂਕਿ ਅਸੀਂ ਕਰੋਨਾ ਵਾਇਰਸ ਨਾਲ ਜੂਝ ਰਹੇ ਹਾਂ। ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਇਹਨੂੰ ਕਰਨਗੇ ਤੇ ਦੇਖਦੇ ਅਗਲੇ ਆਉਂਦੇ ਮੰਗਲਵਾਰ ਨੂੰ ਕੀ ਰੁਖ ਲੈਂਦੀ ਹੈ। ਤੇ ਪੁਲਿਸ ਨੇ ਆਲਰੇਡੀ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਹੈ ਦੇ ਖਿਲਾਫ। ਦੇਖਦੇ ਆ ਕੀ ਨਤੀਜੇ ਨਿਕਲਦੇ ਨੇ, ਆਪਾਂ ਕਿਸ ਤਰੀਕੇ ਨਾਲ ਇਹ ਪ੍ਰੋਟੈਸਟ ਰੋਕਦੇ ਨੇ ਜਾਂ ਕਰਦੇ ਨੇ, ਇਹ ਸਭ ਸਰਕਾਰਾਂ ਦੇ ਹੱਥ ਨੇ। ਤੇ ਅਸੀਂ ਅਗਲੀ ਗੱਲ ਕਰਨ ਜਾ ਰਹੇ ਹਾਂ ਇੱਕ ਇਹੀ ਜਿਹੀ ਪਾਰਟੀ ਦੀ, ਜਿੱਥੇ ਸਾਡੀ ਸਰਕਾਰਾਂ ਕਰੋਨਾ ਵਾਇਰਸ ਨੂੰ ਰੋਕਣ ਤੇ ਪੂਰਾ ਜ਼ੋਰ ਲਾ ਰਹੀਆਂ ਨੇ। ਇਹੋ ਜਿਹੇ ਕੁਝ ਲੋਕ ਨੇ ਜਿਹੜੇ ਘਰਾਂ ਵਿੱਚ ਰਹਿ ਕੇ ਇਕੱਠ ਕਰਦੇ ਨੇ, ਇਕੱਠੇ ਹੁੰਦੇ ਨੇ, ਤੇ ਪਿੱਛੇ ਜਿਹੀ ਇੱਕ ਪੁਲਿਸ ਨੇ ਇੱਕ ਛਾਪਾਮਾਰੀ ਕਰਕੇ ਇੱਕ ਘਰ ਵਿਖੇ 60 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਬੜਾ ਭਾਰੀ ਜੁਰਮਾਨਾ ਦੇਣਾ ਪਿਆ। ਪੁਲਿਸ ਨੇ ਦੱਸਿਆ ਬਈ ਮਾਊਂਟ ਰੂਟ, ਹਕਸਬਰੀ, ਬਲੈਕ ਟਾਊਨ, ਦ ਹਿਲਸ, ਨੀਪੀਅਨ ਕਮਾਂਡ, ਏਅਰ ਵਿੰਗ, ਪੋਲਰ ਏਅਰ, ਡੌਗ ਸਕੁਐਡ, OSG, ਸਾਰੀ ਪੁਲਿਸ ਨੇ ਉੱਥੇ ਜਾ ਕੇ ਇਹਨੂੰ ਘੇਰਾ ਪਾਇਆ ਤੇ ਇਹਨਾਂ ਬੰਦਿਆਂ ਨੂੰ ਉੱਥੋਂ ਤੋਂ ਬਾਹਰ ਕੀਤਾ। ਉਹ ਤੋਂ ਬਾਅਦ ਹੱਥੋਂ ਪਾਈ ਵੀ ਹੋਈ, ਜਿਹਦੇ ਬਾਅਦ 30 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ 15 ਲੋਕਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਤੇ ਉਨ 30 ਲੋਕਾਂ ਨੂੰ ਐਕਸਟਰਾ ਫਾਈਨ ਵੀ ਜਾਰੀ ਕੀਤਾ ਗਿਆ, ਕਿਉਂਕਿ ਇਹ ਬਹੁਤ ਮਾੜੀ ਖਬਰ ਸੀਗੀ। 60 ਲੋਕਾਂ ਦਾ ਇੱਕ ਘਰ ਵਿੱਚ ਇਕੱਠੇ ਹੋਣਾ ਇੱਕ ਇਹ ਤਾਂ ਸੰਕੇਤ ਸੀਗਾ ਕਿ ਕਰੋਨਾ ਵਾਇਰਸ ਇੱਕ ਬੰਬ ਵਾਂਗੂ ਫਟ ਸਕਦਾ ਸੀਗਾ। ਪਰ ਤੋਂ ਇੱਕ ਬੜੀ ਦੁਖਦਾਈ ਖਬਰ ਹੈ ਕਿ ਇੱਕ 8 ਸਾਲਾ ਬੱਚਾ ਜਦੋਂ ਸਵੇਰੇ ਉਹ ਸਾਈਕਲ ਦੇ ਉੱਤੇ ਆਪਣੇ ਸਕੂਲੇ ਜਾ ਰਿਹਾ ਸੀ ਤਾਂ ਇੱਕ ਟਰੱਕ ਦੇ ਹੇਠ ਆ ਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਉੱਥੋਂ ਦੇ ਰਾਹਗੀਰ ਲੋਕਾਂ ਨੇ ਉਸ ਨੂੰ ਕੋਸ਼ਿਸ਼ ਕੀਤੀ ਫਸਟ ਏਡ ਦੇਣ ਦੀ, ਕਾਫੀ ਕੋਸ਼ਿਸ਼ ਜਹਿਦ ਵੀ ਉਹਨਾਂ ਨੇ ਕੀਤੀ, ਮਗਰ ਉਹ ਬੱਚੇ ਨੂੰ ਐਂਬੂਲੈਂਸ ਆਉਣ ਤੱਕ ਨਹੀਂ ਬਚਾ ਸਕੇ ਤੇ ਉਸਦੀ ਸੜਕ ਤੇ ਹੀ ਮੌਤ ਹੋ ਗਈ। ਮਗਰ ਇਸ ਟਾਈਮ ਤੱਕ ਹਜੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਿੱਦਾਂ ਹੀ ਅਗਲੀ ਕੋਈ ਕਾਰਵਾਈ ਹੁੰਦੀ ਹੈ ਅਸੀਂ ਤੁਹਾਨੂੰ ਉਹ ਜਾਣੂ ਕਰਵਾਵਾਂਗੇ। ਅਗਲੀ ਖਬਰ ਅਸੀਂ ਕਰਾਂਗੇ ਪੁਲਿਸ ਦੇ ਵੱਲ ਤੋਂ, ਜਿੱਥੇ ਪੁਲਿਸ ਦੇ ਨੱਕ ਵਿੱਚ ਬੜਾ ਦਮ ਕੀਤਾ ਹੋਇਆ ਸੀਗਾ ਕਿਸੇ ਵਿਅਕਤੀ ਨੇ, ਜਿਹੜਾ ਕਾਬਰਾ, ਡਬੋ ਤੇ ਔਰੰਜ ਦੀ ਇੱਕ ਨਿਊਜ਼ ਹੈ, ਜਿੱਥੇ ਇੱਕ ਵਿਅਕਤੀ ਸ਼ਰੇਆਮ ਚੋਰੀਆਂ ਕਰਦਾ ਸੀਗਾ, ਗੱਡੀਆਂ ਚੁਰਾਉਂਦਾ ਸੀਗਾ, ਉਹਨਾਂ ਨੂੰ ਅੱਗ ਲਾਉਂਦਾ ਸੀਗਾ, ਬ੍ਰੇਕ ਇਨ ਕਰਦਾ ਸੀਗਾ। ਤੇ ਪੁਲਿਸ ਨੂੰ ਉਸ ਸਮੇਂ ਬੜੀ ਕਾਮਯਾਬੀ ਹਾਸਿਲ ਹੋਈ ਜਦੋਂ ਕਿਸੇ ਨੇ ਫੋਨ ਕੀਤਾ ਤੇ ਉਸ ਵਿਅਕਤੀ ਨੂੰ ਧਰ ਦਬੋਚਿਆ ਗਿਆ। ਉਹ ਵਿਅਕਤੀ ਉਸ ਸਮੇਂ ਵੀ ਗੱਡੀ ਚੋਰੀ ਦੇ ਮਾਮਲੇ ਵਿੱਚ ਸੀਗਾ ਤੇ ਪੁਲਿਸ ਨੇ ਉਹਨੂੰ ਕੈਦ ਕੀਤਾ ਤੇ ਦੱਸਿਆ ਇਹ ਚੋਰੀਆਂ ਲਗਾਤਾਰ ਕਰ ਰਿਹਾ ਸੀਗਾ ਤੇ ਪੁਲਿਸ ਉਹਦੀ ਭਾਲ ਕਰ ਰਹੀ ਸੀਗੀ, ਜਿਹੜੀ 12 ਜੁਲਾਈ 2018 ਤੋਂ ਲੈ ਕੇ 9 ਜੁਲਾਈ 2020 ਤੱਕ ਪੂਰੀ ਤਰ੍ਹਾਂ ਮੁਸਤੈਦ ਸੀਗਾ ਚੋਰੀ ਉਚਾਰੀ ਵਿੱਚ। ਜੋ ਪੁਲਿਸ ਨੇ ਉਹਨੂੰ ਧਰ ਦਬੋਚਿਆ ਤੇ ਇਸ ਸਮੇਂ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੈ ਜੀ।
ਅਗਲੀ ਖਬਰ ਜਿਹੜੀ ਹੈਗੀ ਹੈ ਕੁਈਨਜ਼ਲੈਂਡ ਤੋਂ ਹੈ ਕਿ 5 ਸਾਲਾ ਬੱਚੇ ਦੇ ਨਾਲ ਰੇਪ ਹੋਇਆ ਤੇ ਰੇਪ ਕਰਨ ਵਾਲਾ ਵੀ ਕੋਈ ਜਿਹੜਾ ਹੈਗਾ ਉਹ ਐਡਾ ਵੱਡਾ ਨਹੀਂ ਹੈ। ਰੇਪ ਕਰਨ ਵਾਲਾ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ 10 ਸਾਲ ਤੋਂ ਲੈ ਕੇ 13 ਸਾਲ ਦੇ 3 ਬੱਚੇ ਨੇ। ਰੇਪ ਵੀ 5 ਸਾਲਾ ਬੱਚੇ ਦਾ ਹੋਇਆ ਤੇ ਰੇਪ ਕਰਨ ਵਾਲੇ ਵੀ ਬੱਚੇ ਨੇ। ਪੁਲਿਸ ਨੇ ਉਹਨਾਂ ਨੂੰ ਫੜ ਕੇ ਚਾਈਲਡ ਕੋਰਟ ਦੇ ਵਿੱਚ ਪੇਸ਼ ਤੇ ਕੀਤਾ ਹੈ, ਮਗਰ ਹੁਣ ਇੱਥੇ ਮੁੱਦਾ ਇਹ ਉੱਠਦਾ ਹੈ ਕਿ ਇਹਨਾਂ ਨੂੰ ਕੋਈ ਸਜ਼ਾ ਤੇ ਖਾਸ ਨਹੀਂ ਹੋ ਸਕਦੀ, ਮਗਰ ਇਹ ਸਾਡੇ ਸਮਾਜ ਦੇ ਉੱਤੇ ਇੱਕ ਬੜਾ ਵੱਡਾ ਕੁਐਸਚਨ ਖੜਾ ਕਰਦੀ ਹੈ ਕਿ 10 ਤੋਂ 13 ਸਾਲ ਦੇ ਬੱਚੇ, ਉਹ ਵੀ ਤਿੰਨ ਜਾਣੇ ਇਸ 5 ਸਾਲ ਦੇ ਬੱਚੇ ਦਾ ਰੇਪ ਕਰਦੇ ਨੇ। ਤੇ ਇਹ ਮਾਨਸਿਕਤਾ ਜਿਹੜੀ ਹੈਗੀ ਹੈ ਇਹ ਦਰਸਾਉਂਦੀ ਹੈ ਕਿ ਸਾਡੀ ਕਿੱਥੇ ਜਾ ਰਹੀ ਹੈ, ਜਾਂ ਸਾਡੀ ਇਹ ਪਰਵਰਿਸ਼ ਦਰਸਾਉਂਦੀ ਹੈ ਕਿ ਇਹ ਕਿੱਧਰ ਨੂੰ ਜਾ ਰਹੀ ਹੈ। ਇਹ ਨਾਲ ਦੇ ਨਾਲ ਇਹ ਵੀ ਦਰਸਾਉਂਦੀ ਹੈ ਕਿ ਜਿਹੜੀ ਸਾਡੀ ਪੜ੍ਹਾਈ ਹੈਗੀ ਹੈ ਉਹ ਕਿਸ ਪਾਸੇ ਵੱਲ ਜਾ ਰਹੀ ਹੈ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਇਹ ਮਜ਼ਮੂਨ ਜਿਹੜੇ ਹੈਗੇ ਨੇ ਸਾਡੀ ਪੜ੍ਹਾਈ ਦੇ ਨਾਲ ਜੁੜੇ ਹੋਣੇ ਚਾਹੀਦੇ ਨੇ। ਸਾਨੂੰ ਇਹਨਾਂ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਕਿ ਕਿਹੜੀਆਂ ਚੀਜ਼ਾਂ ਸਹੀ ਹੈਗੀਆਂ ਉਮਰ ਦੇ ਹਿਸਾਬ ਨਾਲ, ਕਿਹੜੀਆਂ ਚੀਜ਼ਾਂ ਸਹੀ ਨਹੀਂ ਹੈਗੀਆਂ। ਇਹ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ ਇਹ ਆਪਣੇ ਆਪ ਨੂੰ ਪੂਰਾ ਦੇਸ਼ ਨੂੰ ਹਿਲਾਉਣ ਵਾਲੀ ਹੈ, ਕਿਉਂਕਿ 10 ਤੋਂ 13 ਸਾਲ ਦੇ ਹੀ ਬੱਚੇ ਹੀ ਹੁੰਦੇ ਨੇ ਉਹ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਹੋਇਆ। ਮਗਰ ਹੁਣ ਇਹ ਸਾਨੂੰ ਸਭ ਨੂੰ, ਸਕੂਲ ਵਾਲਿਆਂ ਨੂੰ, ਟੀਚਰਸ ਨੂੰ, ਉਹਨਾਂ ਨੂੰ ਸੋਚਣ ਦੀ ਲੋੜ ਹੈਗੀ ਹੈ ਵੀ ਆਪਾਂ ਨੂੰ ਕੀ ਕੁਝ ਕਰਨਾ ਚਾਹੀਦਾ, ਜਾਂ ਇਸ ਤਰ੍ਹਾਂ ਦੀ ਮਾਨਸਿਕਤਾ ਤੋਂ ਅਸੀਂ ਬੱਚਿਆਂ ਨੂੰ ਕਿੱਦਾਂ ਦੂਰ ਲੈ ਕੇ ਜਾ ਸਕਦੇ ਹਾਂ। ਕਿ ਸਾਡੇ ਉੱਤੇ ਮੀਡੀਆ ਇੰਨਾ ਹਾਵੀ ਹੈ, ਸੋਸ਼ਲ ਮੀਡੀਆ ਇੰਨਾ ਹਾਵੀ ਹੈ, ਕਿਹੜੀਆਂ ਚੀਜ਼ਾਂ ਇੰਨੀਆਂ ਹਾਵੀ ਹੈ ਕਿ ਜਿਹੜੀਆਂ ਇਹ ਸਾਨੂੰ ਕਰਨ ਨੂੰ ਮਜਬੂਰ ਕਰ ਰਹੀਆਂ ਹੈ। ਹਾਂਜੀ ਰਮੀ ਜੀ, ਹੁਣ ਗੱਲ ਕਰਾਂਗੇ ਇੱਕ ਹੋਰ ਪੁਲਿਸ ਨਾਲ ਰਿਲੇਟਡ ਨਿਊਜ਼ ਦੀ, ਜਿੱਥੇ ਪੁਲਿਸ ਨੇ 9 ਬੰਦਿਆਂ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀ 6 ਮਿਲੀਅਨ ਆਨਲਾਈਨ ਸਕੈਮ ਦੇ ਪਿੱਛੇ ਕੀਤੀ ਗਈ ਹੈ। ਇੱਕ ਆਨਲਾਈਨ ਸਕੈਮ ਸੀਗਾ ਜਿਹਦੇ ਲਈ ਪੁਲਿਸ ਨੇ ਮਾਰਚ 2020 ਵਿੱਚ ਇੱਕ ਸਟ੍ਰਾਈਕ ਫੋਰਸ ਤਿਆਰ ਕੀਤੀ ਸੀਗੀ ਇਹੋ ਜਿਹੇ ਲੋਕਾਂ ਨੂੰ ਕਾਬੂ ਕਰਨ ਲਈ, ਜਿਹਦਾ ਨਾਮ ਰੱਖਿਆ ਸੀ COCCI ਖੋਖੀ, ਜੋ ਸਟੈਬਲਿਸ਼ ਹੋਈ ਸੀਗੀ ਸਾਈਬਰ ਕ੍ਰਾਈਮ ਨੂੰ ਲੈ ਕੇ। ਬਿਜ਼ਨਸ ਤੇ ਈਮੇਲ ਜਿਹੜੇ ਕੰਪਰੋਮਾਈਜ਼ ਕਰਦੇ ਨੇ, ਜਾਂ ਰੋਮਾਂਸ ਜਿਹੜਾ ਹੁੰਦਾ ਸਕੈਮ ਹੁੰਦੇ ਨੇ, ਜਾਂ ਮਨੀ ਲਾਂਡਰਿੰਗ ਹੁੰਦੀ ਹੈ, ਜਿਹਦੇ ਲਈ ਪੁਲਿਸ ਨੇ 6 ਬੰਦਿਆਂ ਤੇ 2 ਔਰਤਾਂ ਨੂੰ ਪਿੱਛੇ ਜੇ ਸਿਡਨੀ ਵਿਖੇ ਕਾਬੂ ਕੀਤਾ ਸੀਗਾ। ਤੇ ਉਸ ਤੋਂ ਬਾਅਦ ਗਿਲਫੀਲਡ ਵਿੱਚ ਇੱਕ ਔਰਤ ਨੂੰ ਵੀ ਪਕੜਿਆ ਗਿਆ ਜਿਹਨੇ $9,50,000 ਦਾ ਅਨਲੌਫੁਲ ਤਰੀਕੇ ਨਾਲ ਬਿਜ਼ਨਸ ਤੋਂ ਪੈਸੇ ਠੱਗੇ ਸੀਗੇ। ਤੇ ਪੁਲਿਸ ਨੇ ਦੱਸਿਆ ਕਿ ਇਹ ਔਰਤ ਨੇ ਅਕਤੂਬਰ 2019 ਤੋਂ ਲੈ ਕੇ ਨਵੰਬਰ 2019 ਤੱਕ ਇਹ ਠੱਗੀ ਕੀਤੀ ਸੀ। ਤੇ ਹੁਣ ਪੁਲਿਸ ਦੀ ਗਿਰਫਤ ਵਿੱਚ ਹੈ ਜੀ। ਅਗਲੀ ਖਬਰ ਵੱਲ ਵਧਦੇ ਹਾਂ, ਜਿਹੜੀ ਕਿ ਅੰਮ੍ਰਿਤਸਰ ਦੇ ਵਿੱਚੋਂ ਹੈਗੀ ਹੈ। ਇਹ ਬੜੀ ਹਾਸੋਹੀਣੀ ਖਬਰ ਹੈ ਆਪਣੇ ਆਪ ਦੇ ਵਿੱਚ। ਖਬਰ ਤੇ ਜੁੜੀ ਹੈ ਕਰੋਨਾ ਵਾਇਰਸ ਦੇ ਨਾਲ। ਜਦੋਂ ਕਿ ਉੱਥੇ ਕਿਸੇ ਦੀ ਡੈਥ ਹੁੰਦੀ ਹੈ ਤੇ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਚੱਲਦਾ, ਕਿਉਂਕਿ ਕਰੋਨਾ ਵਾਇਰਸ ਦੀਆਂ ਮੌਤਾਂ ਦੀ ਗਿਣਤੀ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਵੱਧਦੀ ਪਈ ਹੈ ਕਿ ਉੱਥੇ ਜਿਹੜੀਆਂ ਲਾਸ਼ਾਂ ਹੈਗੀਆਂ ਉਹ ਬਦਲਾਈਆਂ ਜਾ ਰਹੀਆਂ। ਜਦੋਂ ਕਿ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਪਰਿਵਾਰ ਪਹੁੰਚਿਆ ਆਪਣੇ ਪਿਤਾ ਦੀ ਲਾਸ਼ ਨੂੰ ਉੱਥੇ ਸੰਸਕਾਰ ਕਰਨ ਲਈ, ਤੇ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਲਾਸ਼ ਹੀ ਇੱਕ ਔਰਤ ਦੀ ਸੀ, ਤੇ ਉਸ ਟਾਈਮ ਦੇ ਉੱਥੇ ਇੱਕ ਭੰਬਲ ਭੂਸਾ ਪੈ ਗਿਆ। ਤੇ ਉਸ ਪਰਿਵਾਰ ਨੇ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਜਦੋਂ ਉਹ ਆਪਣੇ ਪਿਤਾ ਦਾ ਸੰਸਕਾਰ ਕਰਨ ਆਏ ਨੇ ਤੇ ਲਾਸ਼ ਇੱਕ ਔਰਤ ਦੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਜਿਨ੍ਹਾਂ ਦੀ ਉਹ ਔਰਤ, ਜਿਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੈ, ਉਹਨਾਂ ਨੂੰ ਲਾਸ਼ ਕਿਸੇ ਬੰਦੇ ਦੀ ਮਿਲੀ। ਇਹ ਪ੍ਰਸ਼ਾਸਨ ਦੀ ਇਸ ਅਣਗਹਿਲੀ ਦੇ ਨਾਲ ਹੁਣ ਇਹ ਇੱਕ ਚੀਜ਼ ਪ੍ਰੂਵ ਹੁੰਦੀ ਹੈ ਕਿ ਪ੍ਰਸ਼ਾਸਨ ਕਿੰਨਾ ਕੁ ਸਤਰਕ ਹੈਗਾ ਇਹਨਾਂ ਚੀਜ਼ਾਂ ਨੂੰ ਲੈ ਕੇ। ਹਾਂਜੀ, ਬੜੀ ਮੰਦਭਾਗੀ ਖਬਰ ਹੈ ਜੀ। ਇੱਕ ਪਰਿਵਾਰ ਜਿਹੜਾ ਆਪਣੀ ਆਖਰੀ ਸਮੇਂ ਵਿੱਚ ਆਪਣੇ ਪਿਤਾ ਨੂੰ ਦੇਖਣਾ ਚਾਹੁੰਦਾ ਸੀਗਾ, ਇਹ ਖਬਰ ਦੇਖਣ ਨੂੰ ਮਿਲੀ ਕਿ ਇੱਕ ਔਰਤ ਦੀ ਲਾਸ਼ ਉਹਨਾਂ ਦੇ ਘਰ ਪਈ ਹੈ। ਬੜੀ ਮੰਦਭਾਗੀ ਖਬਰ ਹੈ ਤੇ ਸਾਡੀ ਸਰਕਾਰਾਂ ਅੱਖਾਂ ਮੀਚ ਕੇ ਬੈਠੀਆਂ ਨੇ। ਇਹਦੇ ਲਈ ਕੁਝ ਕਦਮ ਚੱਕਣੇ ਚਾਹੀਦੇ ਨੇ ਜਿਹੜੇ ਸ਼ਾਇਦ ਇਸ ਸਮੇਂ ਚੱਕੇ ਨਹੀਂ ਜਾ ਰਹੇ। ਲੋਕ ਕਰੋਨਾ ਵਾਇਰਸ ਕਰਕੇ ਡਰੇ ਸਮੇਂ ਆਪਣੇ ਘਰਾਂ ਵਿੱਚ ਬੈਠੇ ਨੇ। ਅਗਲੀ ਖਬਰ ਜਿਹੜੀ ਹੈਗੀ ਹੈ ਉਹ ਪੰਜਾਬ ਨਾਲ ਜੁੜੀ ਹੈ, ਪੰਜਾਬ ਦੀ ਫਿਲਮ ਇੰਡਸਟਰੀ ਤੋਂ ਹੈਗੀ ਹੈ ਕਿ ਬੜੇ ਚਿਰ ਤੋਂ ਪੰਜਾਬ ਫਿਲਮ ਇੰਡਸਟਰੀ ਕਹਿ ਰਹੀ ਸੀ ਸਰਕਾਰ ਨੂੰ ਕਿ ਉਸਨੂੰ ਕੁਝ ਛੋਟ ਦਿੱਤੀ ਜਾਵੇ ਉੱਥੇ ਫਿਲਮਾਉਣ ਦੀ, ਕਰੋਨਾ ਵਾਇਰਸ ਕਰਕੇ, ਕਿਉਂਕਿ ਇਹ ਸਾਰਾ ਕੁਝ ਰੁਕ ਗਿਆ ਸੀ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਹਦਾਇਤਾਂ ਜਾਰੀ ਕਰਦੇ ਹੋਏ ਫਿਲਮ ਇੰਡਸਟਰੀ ਨੂੰ, ਆਪਣੀ ਪੰਜਾਬੀ ਫਿਲਮ ਇੰਡਸਟਰੀ ਨੂੰ ਕੁਝ ਛੋਟ ਦਿੱਤੀ ਹੈ ਕਿ ਅਗਰ ਉਹ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੀ ਸ਼ੂਟਿੰਗ ਨੂੰ ਉਹ ਜਾਰੀ ਰੱਖ ਸਕਦੇ ਨੇ, ਜਿਹਦੇ ਨਾਲ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਥੋੜੀ ਜਿਹੀ ਖੁਸ਼ੀ ਦੀ ਲਹਿਰ ਹੈ।
ਜਾਣ ਜਾਂਦੇ ਆਪਾਂ ਗੱਲ ਕਰਾਂਗੇ ਇੱਕ ਇਹੋ ਜਿਹੀ ਖਬਰ ਦੀ ਜਿੱਥੇ ਇੱਕ ਵਿਅਕਤੀ ਲਾਪਤਾ ਹੋ ਗਿਆ ਹੈ। 45 ਸਾਲਾ ਲਾਪਤਾ ਭਾਰਤੀ ਮੂਲ ਦਾ ਦੱਸਿਆ ਜਾ ਰਿਹਾ ਹੈ, ਜਿਹਨੂੰ ਕੰਮ ਲਈ ਮਾਊਂਟ ਰੂਟ ਏਰੀਆ ਵਿੱਚ ਛੱਡਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਲਾਪਤਾ ਹੈ। ਜਿਹਦੀ ਉਮਰ 45 ਸਾਲ, ਉਹਦਾ ਕੱਦ ਕਾਠੀ 160 ਸੈਂਟੀਮੀਟਰ ਤੋਂ 165 ਸੈਂਟੀਮੀਟਰ ਤੇ ਉਹ ਗਲੈਨਵੁੱਡ ਦਾ ਰਹਿਣੇ ਵਾਲਾ ਹੈ ਤੇ ਉਹਦਾ ਨਾਂ ਨਰੇਸ਼ ਬਲਦੇਓ ਦੱਸਿਆ ਜਾ ਰਿਹਾ ਹੈ। ਤੇ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਪਲੀਜ਼ ਉਹ ਪੁਲਿਸ ਨਾਲ ਰਾਬਤਾ ਕਰ ਸਕਦਾ ਹੈ ਤੇ ਇਹਦੀ ਜਾਣਕਾਰੀ ਦੇ ਸਕਦਾ ਹੈ ਜੀ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਬ੍ਰੇਕ ਦੇ ਬਾਅਦ। ਹੁਣ ਅਸੀਂ ਗੱਲ ਕਰਾਂਗੇ ਸੁਚਿਤਰਾ ਤਿਵਾੜੀ ਦੇ ਨਾਲ, ਜੋ ਕਿ ਇੰਡੀਆ ਤੋਂ ਸਾਡੇ ਸੰਵਾਦਦਾਤਾ ਦਿੱਲੀ ਤੋਂ ਨੇ। ਸੁਚਿਤਰਾ ਜੀ, ਕੀ ਹੈਗਾ ਤੁਹਾਡੇ ਕੋਲ ਸਾਡੇ ਆਸਟ੍ਰੇਲੀਆ ਵਾਸੀਆਂ ਲਈ, ਕੀ ਖਬਰ ਹੈਗੀ ਹੈ? ओके, तो सबसे पहले मैं आपको बताना चाहूंगी कि भारत में जो है कोरोना केसेस बढ़ते जा रहे हैं। 14 लाख से भी ज्यादा केसेस जो है भारत में अभी बढ़ चुके हैं और अभी सबसे ज्यादा अगर इसमें कोरोना का इम्पैक्ट दिखाई दे रहा है कहीं पर तो वो है महाराष्ट्र, जहां पर 3 लाख से भी ज्यादा केसेस अभी आ चुके हैं। वही सेकंड नंबर पे तमिलनाडु में भी 1,80,000 के आसपास केसेस हैं अभी कोरोना केसेस। और तीसरा जो है दिल्ली में 1,25,000 कोरोना केसेस हो चुके हैं। तो यहाँ पर भारत में जो है लगभग 1 से 2 दिन में 1 लाख केसेस बढ़ रहे हैं, जो कि अच्छी बात नहीं है। अभी दूसरी मुसीबत जो है भारत में आई है कि जिस तरीके से बाढ़ जो आ रहा है, इसमें असम और बिहार और पश्चिम बंगाल शिकार बना है। और असम में इसमें सबसे ज्यादा इसका इम्पैक्ट दिखाई दे रहा है, जहां पर देश में कोरोना फैला हुआ है और हाइजीन और हर चीज का ध्यान देना चाहिए। यहाँ पर मुसीबत ऐसी होगी कि कोरोना की वजह से लोग जो है सोशल डिस्टेंसिंग का ध्यान नहीं दे पा रहे हैं। और पता ये भी चला है कि एक वॉशरूम को जो है 7-7 लोग जो है उपयोग कर रहे हैं। तो ये असम में बहुत ज्यादा बाढ़ आने की वजह से लोगों को मुसीबतों का सामना करना पड़ रहा है और सरकार अच्छे से काम भी नहीं कर पा रही, इसलिए लोग जो है बहुत परेशान हो रहे हैं। तीसरी खबर जो है कंगना रनावत को लेकर आ रही है, जो मैं आपको बताना चाहूंगी कि कंगना रनावत ने जिस तरीके से बोला था नेपोटिज्म को लेकर कि बॉलीवुड इंडस्ट्री में बहुत ज्यादा नेपोटिज्म दिखाया जाता है, मतलब कि परिवारवाद बहुत ज्यादा होता है, जहां पर सिर्फ और सिर्फ उन्हीं लोगों को मौका दिया जाता है जो पहले से बॉलीवुड इंडस्ट्री में रह चुके हैं, उनके फैमिली जो रह चुकी है। तो इस बात को उन्होंने कहा है कि वो प्रूफ करके दिखाएंगे। अगर वो प्रूफ नहीं करती है तो उनका जो पद्मश्री अवार्ड था वो उसको वापस लौटा देंगी। तो ये इस बात का दावा कर रही है और शायद कहीं ना कहीं ये प्रूफ भी हो सकता है, क्योंकि हमें भी पता है कि बॉलीवुड इंडस्ट्री में नेपोटिज्म तो है। चौथा बात ये है कि भारत जो है एक नई बीमारी से जूझ रहा है, वो है डिप्रेशन। और इसमें सबसे ज्यादा अगर कोई परेशान है तो हमारे नई पीढ़ी जो बच्चे हैं, जी हाँ, बच्चे जो हैं हमारे जो देश का भविष्य होते हैं वो इसका शिकार सबसे ज्यादा बन रहे हैं। और मैं आपको बताना चाहूंगी कि केरल में पिछले 108 दिनों में 50 से भी ज्यादा बच्चे जो हैं डिप्रेशन के शिकार हुए हैं। और पिछले साल के मुकाबले देखा जाए तो पूरे एक साल में 80 बच्चों ने सुसाइड अटेम्प्ट किया था। और यहाँ पर सिर्फ और सिर्फ 108 दिनों में केरल में ही बच्चों ने लगभग 50 से भी ज्यादा बच्चे जो हैं सुसाइड अटेम्प्ट किए हैं। और कारण यही है कि जिस तरीके से कोरोना की वजह से बच्चों को कैद करके घर में रखा गया है, बच्चे अब परेशान हो रहे हैं। जहां पर दिल्ली से भी एक मामला आया था कि एक 25 मई को एक बच्चा जो है उसने सुसाइड अटेम्प्ट इसलिए कर लिया था क्योंकि उसे बाहर नहीं जाने दिया गया था, इसलिए उसने फांसी लगाकर जान दे दी। और बच्चे की उम्र 12 साल की थी। तो 12 से 15 साल के बच्चे ये जो है सुसाइड अटेम्प्ट कर रहे हैं। इससे आप अंदाजा लगा सकते हैं कि देश का भविष्य किस तरीके से अंधकार की ओर जा रहा है। अगली खबर जो है हमारी सुनीता यादव को लेकर है, जो कि सबसे ज्यादा लेडी कांस्टेबल है और सबसे ज्यादा चर्चे में रही है। और उनके दबंगई पर्सनैलिटी को लेकर वो हमेशा से मीडिया में या फिर हर जगह सोशल मीडिया पर वो चर्चे में रहती हैं। इधर जो है उन्होंने रिजाइन देने का फैसला लिया और फैसला इसलिए लिया था क्योंकि किसी मिनिस्टर के बेटे की गाड़ी को उन्होंने रोक दी थी और वो अपने पावर का गलत इस्तेमाल कर रहा था, जिस रोक धोक पर उनके ऊपर जो है उनके पोस्ट पर उनके पद पर सवाल उठाए गए, जिस पर कि उन्होंने रिजाइन देने का फैसला लिया। और क्योंकि जिस तरीके से उनके पद पर सवाल उठाया जा रहा है ये उनका एक तरीके से अपमान है। अगली खबर जो है हमारी उत्तर प्रदेश और साथ ही साथ बिहार में हो रहे डर्टी पॉलिटिक्स को लेकर है। जिस तरीके से उत्तर प्रदेश और बिहार में अपकमिंग इलेक्शन को लेकर
सरकार जो है तैयारियां कर रहे हैं, उसको लेकर बहुत सारी गंदी राजनीति भी खेली जा रही है। और इसमें जो है नीतीश कुमार जो है सबसे ज्यादा निशाने में साधे जा रहे हैं, क्योंकि लोग जो है बहुत ज्यादा नाराज है उनकी रूलिंग पार्टी की वजह से। क्योंकि जिस तरीके से बिहार में कोरोना केसेस बढ़ रहे हैं, वहां की जनता ने उनका नाम रख दिया है कोरोना कुमार, और हैशटैग ट्रेंडिंग पे ये सबसे ज्यादा ट्विटर पे चल रहा है, हैशटैग कोरोना कुमार। नीतीश कुमार से लोगों ने चेंज कर उनका नाम कोरोना कुमार कर दिया है, क्योंकि जनता जो है इतनी ज्यादा परेशान हो चुकी है। क्योंकि बिहार में एक तरीके से फ्लड आया हुआ है, आप देख सकते हैं कि बिहार में जिस तरीके से बाढ़ है, और ऐसे में कोरोना के केसेस दिन प्रतिदिन बढ़ते जा रहे हैं, तो जनता परेशान हो रही है। और नाराजगी जताते हुए उन्होंने उनका नाम ही चेंज कर कोरोना कुमार कर दिया है। तो ये सारी जो खबरें हैं जो कि भारत में इधर जो है लोगों को बहुत ज्यादा परेशान कर रही है, और लोग जो है इससे निजाजत पाना चाहते हैं, इससे सॉल्यूशन पाना चाहते हैं, जो कि अभी तो फिलहाल नहीं दिख रहा है। हाँ जी सुचित्रा जी, आपका धन्यवाद कि आप हमारे साथ जुड़ते रहते हो, बताते हो इंडिया की खबरें। मैं वापस जाऊंगा उन बच्चों पे जिनकी जिंदगी चले गई, जो अपने परिवारों से अलग हो गए। वहाँ सरकार, वहाँ के जो कुछ संस्थाएं ऐसा कुछ कार्यक्रम या ऐसा कुछ उपाय नहीं करती हैं कि ऐसे कारनामे या ऐसे जो घटनाएं होती हैं परिवारों के साथ वो ना हो। ऐसी कुछ संस्थाएं हैं जो टेलीफोन की सुविधा देती हों उनकी उनकी जिंदगी बचाने के लिए, कुछ ऐसा है इस समय? जी, मैं आपको बताना चाहूंगी कि ये जो बीमारी है, इस पे सरकार ना कुछ कर सकती है, ना ही कोई संस्थान कर सकती है। इसमें सिर्फ और सिर्फ परिवार कर सकता है। इसमें कुछ इसके सिम्टम्स हैं, अगर परिवार वाले इस सिम्टम्स पे ध्यान देते हैं, तो बच्चों की जिंदगी बच सकती है। जैसे कि थोड़े जैसे सिम्टम्स होते हैं कि बच्चों का चिड़चिड़ा होना, खाना ना खाना, बात-बात पे चिल्लाना, या फिर बिना वजह रोना, या फिर मरने जैसी बातें करना। तो इन बातों पे अगर ध्यान रखा जाए, तो बच्चों की जान बच सकती है। और ये बात सिर्फ भारत की समस्या नहीं है, ब्रिटेन में भी कई बच्चे जो है इसका शिकार बन रहे हैं, और मासूमों की जान जा रही है। तो हम बताना चाहेंगे कि ये मुसीबत हर जगह आ रही है। हाँ जी, ब्रिटेन हो गया, ऑस्ट्रेलिया हो गया, जो ये कंट्रीज हैं, यूरोपियन कंट्रीज है, वहाँ पे संस्थाएं जुड़ी रहती हैं, वो अपने टेलीफोन नंबर देती हैं। अगर कोई इस तरह का शिकार होता है, उनको दिमागी प्रॉब्लम आती है कोरोना वायरस के बाद, या किसी की जॉब चले जाए अर्थव्यवस्था के कारण, कुछ नुकसान होने के कारण, तो वो उनकी हेल्प करती हैं, उनको वापस उस स्थिति में लाती हैं कि अपना जीवन जी सकें। ऐसा भारत में कुछ देखने को नहीं मिला। इसका क्या कारण है? क्या आप सोचते हो ऐसा कुछ होना चाहिए वहाँ पे? जी, मैं बताना चाहूंगी कि भारत में कई ऐसी संस्थान हैं जो कि ऐसे लोगों की मदद करती है, मगर समस्या ये है कि लोगों को पता ही नहीं है कि वो ऐसी बीमारी से जूझ रहे हैं। भारत में अभी भी डिप्रेशन को लोग छिपाते हैं, और वो समझते हैं कि ये एक तरह का पागलपन है, इससे लोग छिपाने की कोशिश करते हैं, डॉक्टर से कंसल्ट नहीं करना चाहते, जो कि एक तरीके से गलत बात है। हाँ जी, हम अपने दर्शकों को बता दें, अभी सुचित्रा तिवारी हमारे साथ जुड़े थे दिल्ली से। अभी वो लेंगे इजाजत, मिलेंगे उनसे अगले हफ्ते फिर अगली खबर में। बहुत बहुत धन्यवाद। ਤੇ ਇਹ ਸੀਗਾ ਅੱਜ ਦਾ ਆਸਟ੍ਰੇਲੀਆ ਖਬਰਨਾਮਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਜਾਣ ਤੋਂ ਪਹਿਲੇ ਤੁਸੀਂ ਇਸ ਚੈਨਲ ਨੂੰ YouTube ਨੂੰ ਸਬਸਕ੍ਰਾਈਬ ਕਰਨਾ, ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ, ਤੇ ਦੇਖਦੇ ਰਹੋ ਤੁਸੀਂ ਤੁਹਾਡਾ ਆਪਣਿਆਂ ਦਾ ਆਪਣਾ ਫਰੈਂਡਸ ਚੈਨਲ।